हम आए तेरी शरण में, प्रभु यीशु तेरे चरणों में आज। हम आए तेरी शरण में, प्रभु यीशु तेरे चरणों में आज। होठों पे रहे तेरा नाम, प्रार्थना करे सुबह शाम। होठों पे रहे तेरा नाम, प्रार्थना करे सुबह शाम। कोई भी काम हम करें, तुझे ऊंचा उठाते रहे। कोई भी काम अगर हम करें, तुझे ऊंचा उठाते रहे। तुझे ऊंचा उठाते रहे। हमें आए हैं तेरी शरण में, प्रभु यीशु तेरे चरणों में आज। हम आए हैं तेरी शरण में, प्रभु यीशु तेरे चरणों में आज। तेरी भक्ति के हम गीत गाए हरदम, तेरी भक्ति के हम गीत गाए हरदम। तेरी राहों पे निकले कदम, तेरी राहों पे निकले कदम। हमें आए हैं तेरी शरण में, प्रभु यीशु तेरे चरणों में आज। हम आए हैं तेरी शरण में, प्रभु यीशु तेरे चरणों में आज। प्रभु यीशु तेरे चरणों में आज। प्रभु यीशु तेरे चरणों में आज। आमीन, हालेलुया। प्रभु यीशु मसीह ਅਸੀਂ ਤੇਰੀ ਸ਼ਰਨ ਵਿੱਚ ਆਏ ਹਾਂ ਪਿਤਾ। ਤੂੰ ਹੀ ਹੈ ਜੋ ਸਾਡਾ ਬਖਸ਼ਣਹਾਰ ਹੈ, ਤੂੰ ਹੀ ਸਾਨੂੰ ਗਲੇ ਨਾਲ ਲਗਾ ਲੈਣਾ ਹੈ ਪਿਤਾ। ਤੂੰ ਸਾਡੇ ਪਾਪਾਂ ਵੱਲ, ਸਾਡੇ ਗੰਦੇ ਜੀਵਨ ਵੱਲ ਨਹੀਂ ਦੇਖਦਾ ਪਿਤਾ। ਤੂੰ ਇਸ ਬਹਾਏ ਗਏ ਲਹੂ ਵੱਲ ਦੇਖਦਾ ਹੈ ਜੋ ਸਾਡੇ ਪਾਪਾਂ ਦੇ ਲਈ ਬਹਾਇਆ ਗਿਆ ਹੈ ਪਿਤਾ। ਅੱਜ ਅਸੀਂ ਵਿਸ਼ਵਾਸ ਕਰਦੇ ਹਾਂ ਪਿਤਾ ਕਿ ਅਸੀਂ ਪਾਪੀ ਸੀ, ਸਾਡੇ ਵਿੱਚ ਕੋਈ ਗੁਣ ਨਹੀਂ ਸੀ ਪਿਤਾ ਕਿ ਅਸੀਂ ਤੇਰੇ ਸਾਹਮਣੇ ਤੇਰੇ ਚਰਨਾਂ ਦੇ ਵਿੱਚ ਆ ਸਕਦੇ ਪਿਤਾ। ਇਹ ਤੇਰੀ ਕਿਰਪਾ ਹੈ, ਤੇਰਾ ਰਹਿਮ ਹੋਇਆ ਹੈ ਪ੍ਰਭੂ ਸਾਡੇ ਉੱਤੇ। ਔਰ ਪ੍ਰਭੂ ਤੂੰ ਆਪਣਾ ਵਚਨ ਭੇਜਿਆ ਹੈ ਸਾਡੇ ਲਈ। ਔਰ ਪਿਤਾ ਤੂੰ ਸਾਡੇ ਉੱਤੇ ਕਿਰਪਾ ਕਰ ਕਿ ਅਸੀਂ ਉਸ ਨੂੰ ਸਮਝਣ ਵਾਲੇ ਬਣ ਸਕੀਏ ਪ੍ਰਭੂ। ਤੁਹਾਨੂੰ ਸੁਣਨ ਵਾਲੇ ਕੰਨ ਦੇ ਪ੍ਰਭੂ, ਔਰ ਸਮਝਣ ਵਾਲਾ ਹਿਰਦੇ ਦੇ ਪ੍ਰਭੂ। ਸਾਡੀ ਬੁੱਧ ਨੂੰ ਆਪਣੇ ਕਬਜ਼ੇ ਵਿੱਚ ਲੈ ਪ੍ਰਭੂ। ਸਾਡੇ ਖਿਆਲ ਇੱਧਰ ਉੱਧਰ ਨਾ ਭਟਕਣ, ਬਲਕਿ ਤੇਰੀ ਹਜ਼ੂਰੀ ਦੇ ਵਿੱਚ, ਤੇਰੇ ਚਰਨਾਂ ਦੇ ਵਿੱਚ ਬਣੇ ਰਹਿਣ ਪਿਤਾ। ਤੇਰੀ ਕਿਰਪਾ ਚਾਹੁੰਦੇ ਹਾਂ, ਸੰਭਾਲ ਕੇ ਪ੍ਰਭੂ। ਮੈਂ ਆਪਣੇ ਆਪ ਨੂੰ ਤੇਰੇ ਸਪੁਰਦ ਕਰਦਾ ਹਾਂ ਪਿਤਾ। ਤੂੰ ਮੇਰੀਆਂ ਸੋਚਾਂ ਨੂੰ, ਮੇਰੇ ਦਿਮਾਗ ਨੂੰ ਆਪਣੇ ਕਬਜ਼ੇ ਵਿੱਚ ਲੈ ਪ੍ਰਭੂ। ਇਹ ਤੇਰੀ ਜਗ੍ਹਾ ਹੈ ਪ੍ਰਭੂ ਜਿੱਥੋਂ ਤੂੰ ਬੋਲਣਾ ਹੈ। ਤੂੰ ਕਿਸੇ ਇਨਸਾਨ ਨੂੰ ਖੜਾ ਕਰਦਾ ਹੈ ਪਿਤਾ। ਉਹ ਪ੍ਰਭੂ ਮੈਂ ਜਾਣਦਾ ਹਾਂ ਕਿ ਤੂੰ ਜਾਨਵਰਾਂ ਤੋਂ ਵੀ ਕੰਮ ਲੈ ਲੈਂਦਾ ਹੈ ਪ੍ਰਭੂ। ਮੈਂ ਤਾਂ ਫਿਰ ਵੀ ਇਨਸਾਨ ਹਾਂ ਪ੍ਰਭੂ। ਤੂੰ ਮੈਨੂੰ ਇਸਤੇਮਾਲ ਕਰ। ਮੈਂ ਆਪਣੇ ਆਪ ਨੂੰ ਤੇਰੇ ਹਵਾਲੇ ਕਰਦਾ ਹਾਂ ਪਿਆਰੇ ਪ੍ਰਭੂ। ਤੇਰਾ ਪਵਿੱਤਰ ਆਤਮਾ ਆਵੇ ਔਰ ਪਿਤਾ ਸੁਣਨ ਵਾਲਿਆਂ ਦੇ ਉੱਤੇ ਔਰ ਬੋਲਣ ਵਾਲੇ ਦੇ ਉੱਤੇ ਇੱਕੋ ਹੀ ਮਸਾ ਹੋਵੇ ਪਿਤਾ। ਤੇਰੀ ਕਿਰਪਾ ਚਾਹੁੰਦੇ। ਇਹ ਦੁਆ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਮੰਗਦੇ। ਆਓ ਅਸੀਂ ਪਵਿੱਤਰ ਸ਼ਾਸਤਰ ਦੀ ਪਹਿਲਾ ਰਾਜਾ ਉਸ ਦਾ 19 ਨੰਬਰ ਅਧਿਆਏ, ਉਸ ਦੀ 9 ਨੰਬਰ ਐਤ ਤੋਂ ਲੈ ਕੇ 13 ਨੰਬਰ ਐਤ ਤੱਕ ਪੜ੍ਹਨਾ ਹੈ। ਪੁਰਾਣੇ ਨੇਮ ਦੀ ਕਿਤਾਬ ਹੈ ਪਹਿਲਾ ਰਾਜਾ, ਉਸ ਦਾ 19 ਨੰਬਰ ਅਧਿਆਏ, ਉਸ ਦੀ 9 ਨੰਬਰ ਐਤ ਤੋਂ ਲੈ ਕੇ 13 ਨੰਬਰ ਐਤ ਤੱਕ ਪੜ੍ਹਨਾ ਹੈ। ਹਾਂ, ਮਿਲ ਗਿਆ ਸਾਰਿਆਂ ਨੂੰ? ਹਾਲੇਲੂਇਆ। उसने उठ के खाधा और पीता तो उसे भोजन के बल नाल 40 दिन
ਅਤੇ 40 ਰਾਤਾਂ, ਮੈਂ 8 ਤੋਂ ਪੜ੍ਹਨਾ ਸ਼ੁਰੂ ਕਰ ਦਿੱਤਾ ਹੈ। 40 ਦਿਨ ਅਤੇ 40 ਰਾਤਾਂ ਪਰਮੇਸ਼ਰ ਦੇ ਹੋਰੇਬ ਪਰਬਤ ਤੱਕ ਤੁਰਿਆ ਗਿਆ। ਉੱਥੇ ਉਹ ਇੱਕ ਗੁਫਾ ਵਿੱਚ ਜਾ ਰਿਹਾ ਤਾਂ ਵੇਖੋ ਯਹੋਵਾ ਦਾ ਵਚਨ ਉਸ ਨੂੰ ਆਇਆ ਅਤੇ ਉਸ ਨੂੰ ਆਖਿਆ, ਹੇ ਏਲੀਆ ਤੂੰ ਇੱਥੇ ਕੀ ਕਰਦਾ ਹੈ? ਅੱਗੋਂ ਉਸਨੇ ਆਖਿਆ, ਮੈਂ ਯਹੋਵਾ ਸੈਨਾ ਦੇ ਪਰਮੇਸ਼ਰ ਦੀ ਅਣਖ ਨਾਲ ਸੜਿਆ ਪਿਆ ਹਾਂ, ਕਿਉਂ ਜੋ ਇਸਰਾਈਲੀਆਂ ਨੇ ਤੇਰੇ ਨਾਮ ਨੂੰ ਤਿਆਗ ਦਿੱਤਾ, ਤੇਰੀਆਂ ਜਗਵੇਦੀਆਂ ਢਾਹ ਸੁੱਟੀਆਂ ਅਤੇ ਤੇਰੇ ਨਬੀਆਂ ਨੂੰ ਤਲਵਾਰ ਨਾਲ ਵੱਢ ਦਿੱਤਾ। ਹੁਣ ਮੈਂ ਹੀ ਇਕੱਲਾ ਬਾਕੀ ਰਹਿ ਗਿਆ ਹਾਂ, ਪਰ ਉਹ ਮੇਰੀ ਜਾਨ ਕੱਢਣ ਨੂੰ ਮੈਨੂੰ ਲੱਭਦੇ ਫਿਰਦੇ ਹਨ। ਉਸ ਆਖਿਆ, ਅੱਗੇ ਜਾ ਅਤੇ ਯਹੋਵਾ ਦੇ ਸਨਮੁਖ ਪਰਬਤ ਉੱਤੇ ਖਲੋ ਜਾ। ਤਾਂ ਵੇਖੋ ਯਹੋਵਾ ਲੰਘਿਆ ਅਤੇ ਇੱਕ ਵੱਡੀ ਜ਼ੋਰ ਦੀ ਹਨੇਰੀ ਪਹਾੜ ਪਾੜ ਸੁੱਟੇ ਅਤੇ ਯਹੋਵਾ ਦੇ ਅੱਗੇ ਚਟਾਨਾਂ ਨੂੰ ਚੂਰ ਚੂਰ ਕਰ ਦਿੱਤਾ। ਪਰ ਯਹੋਵਾ ਹਨੇਰੀ ਵਿੱਚ ਨਹੀਂ ਸੀ। ਤਾਂ ਹਨੇਰੀ ਪਿੱਛੋਂ ਭੁਚਾਲ ਆਇਆ, ਪਰ ਯਹੋਵਾ ਭੁਚਾਲ ਵਿੱਚ ਵੀ ਨਹੀਂ ਸੀ। ਤਾਂ ਭੁਚਾਲ ਦੇ ਪਿੱਛੋਂ ਅੱਗ ਆਈ, ਪਰ ਯਹੋਵਾ ਅੱਗ ਦੇ ਵਿੱਚ ਵੀ ਨਹੀਂ ਸੀ। ਤਾਂ ਅੱਗ ਦੇ ਪਿੱਛੋਂ ਇੱਕ ਹੌਲੀ ਅਤੇ ਨਿੰਮੀ ਆਵਾਜ਼ ਆਈ। ਤਾਂ ਇਹ ਹੋਇਆ ਕਿ ਜਦ ਏਲੀਆ ਨੇ ਸੁਣਿਆ ਤਾਂ ਉਸਨੇ ਆਪਣਾ ਮੂੰਹ ਆਪਣੀ ਗੋਦੜੀ ਵਿੱਚ ਢੱਕ ਲਿਆ ਅਤੇ ਬਾਹਰ ਨਿਕਲ ਕੇ ਗੁਫਾ ਦੇ ਮੂੰਹ ਉੱਤੇ ਹੋ ਖਲੋਤਾ। ਤਾਂ ਵੇਖੋ ਉਸ ਨੂੰ ਇੱਕ ਆਵਾਜ਼ ਆਈ ਅਤੇ ਆਖਿਆ, ਏਲੀਆ ਤੂੰ ਇੱਥੇ ਕੀ ਕਰਦਾ ਹੈ? ਉਹ ਅਸੀਂ ਆਪਣੇ ਸਿਰਾਂ ਝੁਕਾਉਂਦੇ ਹਾਂ। ਅਸੀਂ ਵੀ ਉਸ ਨਿੰਮੀ ਜਿਹੀ ਆਵਾਜ਼ ਨੂੰ ਸੁਣਨਾ ਚਾਹੁੰਦੇ ਹਾਂ ਜਿਹੜੀ ਸਾਨੂੰ ਕਹੇ ਕਿ ਤੁਸੀਂ ਇੱਥੇ ਕੀ ਕਰ ਰਹੇ ਹੋ। ਉਹ ਪ੍ਰਭੂ, ਅਸੀਂ ਆਪਣੇ ਉਠਾਏ ਜਾਣ ਦੀ ਤਿਆਰੀ ਕਰ ਰਹੇ ਹਾਂ ਪਿਤਾ। ਅਸੀਂ ਤੇਰੇ ਸਵਾਗਤ ਦੇ ਵਿੱਚ ਖੜੇ ਹੋਣਾ ਚਾਹੁੰਦੇ ਹਾਂ ਪ੍ਰਭੂ, ਜਦ ਤੂੰ ਆਵੇਂ। ਔਰ ਪਿਤਾ ਅਸੀਂ ਬਿਲਕੁਲ ਤਿਆਰ ਹੋਈਏ ਪ੍ਰਭੂ। ਤੂੰ ਸਾਡੇ ਉੱਤੇ ਕਿਰਪਾ ਕਰ, ਸੰਭਾਲ ਕੇ ਰੱਖ। ਆਪਣੇ ਇਸ ਪੜ੍ਹੇ ਗਏ ਵਚਨ ਦੇ ਉੱਤੇ ਆਸ਼ੀਸ਼ ਦੇ, ਆਪਣੀ ਕਿਰਪਾ ਬਣਾ ਕੇ ਰੱਖ। ਇਹ ਦੁਆ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਮੰਗ, ਆਮੀਨ। ਆ ਤੁਸੀਂ ਸਭ ਬੈਠ ਸਕਦੇ ਹੋ। ਹਾਲੇਲੂਇਆ। ਸਭ ਠੀਕ ਠਾਕ ਹੋ? ਸਾਰਿਆਂ ਨੂੰ ਜੈ ਮਸੀਹ ਦੀ। ਅੱਜ ਅਸੀਂ ਪੜ੍ਹਿਆ ਹੈ ਪਹਿਲੇ ਰਾਜਿਆਂ ਦੀ ਕਿਤਾਬ ਦੇ ਵਿੱਚੋਂ, ਉਸ ਦਾ 19 ਨੰਬਰ ਅਧਿਆਇ ਹੈ। ਜਦ ਇਸਰਾਇਲ ਦੇ ਉੱਤੇ ਆਹਾਬ ਨਾਂ ਦਾ ਰਾਜਾ ਰਾਜ ਕਰਦਾ ਸੀ ਅਤੇ ਉਸ ਦਾ ਵਿਆਹ ਜੋ ਸੀ ਈਜ਼ਬਲ ਦੇ ਨਾਲ ਹੋਇਆ ਸੀ। ਔਰ ਈਜ਼ਬਲ ਹੀ ਦਰਅਸਲ ਰਾਜ ਕਰਦੀ ਸੀ। ਆਹਾਬ ਜਿਹੜਾ ਉਹ ਰਾਜ ਨਹੀਂ ਸੀ ਕਰਦਾ, ਈਜ਼ਬਲ ਹੀ ਰਾਜ ਕਰਦੀ ਸੀ। ਹਾਲੇਲੂਇਆ। ਔਰ ਈਜ਼ਬਲ ਨੇ ਉੱਥੇ ਜਿੰਨੇ ਵੀ ਯਹੋਵਾ ਦੇ ਨਬੀ ਸਨ ਉਹ ਸਭ ਤਲਵਾਰ ਦੇ ਨਾਲ ਮਰਵਾ ਸੁੱਟੇ। ਹਾਲੇਲੂਇਆ। ਔਰ ਏਲੀਆ ਨੇ ਵੀ, ਇਹਨਾਂ ਦਾ ਇੱਕ ਯੁੱਧ ਸੀ, ਏਲੀਆ ਨੇ ਵੀ ਬਹੁਤ ਸਾਰੇ ਨਬੀ ਜਿਹੜੇ ਸੀ ਉਹਨਾਂ ਦੇ ਮਾਰੇ। ਔਰ ਇਹਨੂੰ ਇੱਕ ਫਿਰ ਸੁਨੇਹਾ ਭੇਜਿਆ ਗਿਆ ਈਜ਼ਬਲ ਦੇ ਵੱਲੋਂ। ਉਹ ਕਹਿੰਦੀ ਕਿ ਜਦ ਤੱਕ ਮੈਂ ਤੇਰਾ ਸਿਰ ਤੇਰੀ ਧੜ ਤੋਂ ਵੱਖ ਨਾ ਕਰ ਦੇਵਾਂ, ਮੇਰੇ ਦੇਵਤੇ ਵੀ ਮੇਰੇ ਨਾਲ ਉੱਦਾਂ ਹੀ ਕਰਨ। ਔਰ ਉਸਨੇ ਇਹ ਫਿਰ ਉੱਥੋਂ ਚਲਾ ਗਿਆ। ਅਤੇ ਇੱਕ ਦਿਨ ਰਾਤ ਚੱਲਦਾ ਰਿਹਾ ਔਰ ਜਾ ਕੇ ਇੱਕ ਦਰਖਤ ਦੇ ਥੱਲੇ ਉਹ ਲੰਮਾ ਪੈ ਗਿਆ। ਔਰ ਜਦ ਉੱਥੇ ਲੰਮਾ ਪੈ ਗਿਆ, ਉੱਥੇ ਇੱਕ ਪ੍ਰਭੂ ਦਾ ਦੂਤ ਆਇਆ ਔਰ ਉਸਨੇ, ਇਹ ਸੌਂ ਗਿਆ, ਉਸਨੇ ਇਸ ਨੂੰ ਜਗਾਇਆ। ਕਹਿੰਦਾ ਉੱਠ ਖਾ ਪੀ। ਔਰ ਉਸਨੇ ਕੀਤਾ, ਇੱਕ ਰੋਟੀ ਜੋ ਹੈ ਕੋਲਿਆਂ ਦੇ ਉੱਤੇ ਪੱਕੀ ਹੋਈ ਤਾਂ ਪਾਣੀ ਦੀ ਸਰਾਹੀ ਜਿਹੜੀ ਹੈ ਉਹਦੇ ਕੋਲ ਲਿਆ ਕੇ ਰੱਖੀ। ਉਸਨੇ ਜਦੋਂ ਉਹ ਖਾ ਲਈ ਫਿਰ ਸੌਂ ਗਿਆ। ਫਿਰ ਥੋੜੀ ਦੇਰ ਬਾਅਦ ਯਹੋਵਾ ਦੇ ਦੂਤ ਨੇ ਉਸ ਨੂੰ ਜਗਾਇਆ। ਕਹਿੰਦਾ ਉੱਠ ਖਾ ਪੀ, ਕਿਉਂਕਿ ਤੇਰਾ ਸਫ਼ਰ ਲੰਬਾ ਹੈ। ਹਾਲੇਲੂਇਆ। ਇਹ ਫਿਰ ਉੱਠਦਾ ਹੈ, ਇੱਕ ਰੋਟੀ ਖਾਂਦਾ ਹੈ, ਪਾਣੀ ਪੀਂਦਾ। ਫਿਰ 40 ਦਿਨ ਅਤੇ 40 ਰਾਤ, 40 ਦਿਨ ਅਤੇ 40 ਰਾਤ ਇਹ ਸਫ਼ਰ ਕਰਕੇ ਇੱਕ ਗੁਫਾ ਦੇ ਵਿੱਚ ਜਾ ਕੇ ਲੁਕ ਜਾਂਦਾ ਹੈ ਡਰ ਦਾ ਮਾਰਾ। ਹਾਲੇਲੂਇਆ। ਉੱਥੇ ਜਦੋਂ ਲੁਕ ਜਾਂਦਾ ਹੈ ਤਾਂ ਉੱਥੇ ਉਸ ਨੂੰ ਇੱਕ ਆਵਾਜ਼ ਸੁਣਾਈ ਦਿੰਦੀ ਵੀ ਏਲੀਆ ਤੂੰ ਇੱਥੇ ਕੀ ਕਰਦਾ ਹੈ? ਹਾਲੇਲੂਇਆ। ਉਹ ਕਹਿੰਦਾ ਮੈਂ ਯਹੋਵਾ ਦੀ ਅਣਖ ਦੇ ਵਿੱਚ ਸੜਿਆ ਪਿਆ ਹਾਂ, ਕਿਉਂਕਿ ਸਾਰੇ ਹੀ ਨਬੀ ਜਿਹੜੇ ਹੈ ਉਹ ਮਾਰੀ ਜਾਂਦੇ। ਇਸਰਾਇਲ ਨੇ ਤੈਨੂੰ ਛੱਡ ਦਿੱਤਾ ਹੈ, ਮੂਰਤੀਆਂ ਦੀਆਂ ਪੂਜਾ ਕਰਨ ਲੱਗ ਪਏ ਹਨ। ਔਰ ਫਿਰ ਦੂਤ ਜੋ ਕਹਿੰਦਾ ਕਿ ਤੂੰ ਬਾਹਰ ਨਿਕਲ ਕੇ ਚਟਾਨ ਦੇ ਉੱਤੇ ਖੜਾ ਹੋ। ਔਰ ਜਦੋਂ ਦੇਖਦਾ ਹੈ
और बहुत हनेरी चलती है। हालेलुया। सानू लगता है कि जो बहुत ज़्यादा हनेरी चलती, जिस तरह अजकल बहुत वड्डे तूफान चल रहे हैं। कादे तूफान हैं? जथेबंदियां दे। उन्हें हनेरी लियांदी हुई है गीतां दी, भंगड़ियां दी, सब कासे दी, ढोल धमाकियां दी। और परमेश्वर जड़ा हनेरी दे विच नहीं है। भुचाल आ जाता है और परमेश्वर जड़ा है भुचाल दे विच भी नहीं है। अग आ जाती है, अग, और परमेश्वर जड़ा है अग दे विच भी नहीं है। परमेश्वर कित्थे है? परमेश्वर एक आवाज़ दे विच है। परमेश्वर शब्द दे विच है। परमेश्वर ड्रामियां दे विच नहीं है, ना नेरियां दे विच है, ना तूफानां दे विच है। परमेश्वर है तो अपने शब्द दे विच है। हालेलुया। और जब उस आवाज़ नूं सुनदा है और कहंदा भी तू इत्थे की कर रहा? फिर आवाज़ का मतलब सी भी जब सब कुछ खत्म हो रहा है, जब नबी मारे जा रहे हैं, तो तू इत्थे की करना? तेरा काम है उत्थे जाके लड़ना। हालेलुया। उन्हां जथेबंदियां दे विरुद्ध, उन्हां तूफानां दे विरुद्ध, उन्हां लोकां दे विरुद्ध जिहड़े अज वचन के खिलाफ खड़े हैं। हालेलुया। फिर उत्थे जांदा है। पिछली बार मैं दस्सिया कि वो मीका उसका चेला सी और उसने 4 बंदे खड़े किए। हालेलुया। और परमेश्वर उसने कहा कि तू अपने लिए बंदे खड़े कर, भी जेड़ा हजाएल दी तलवार तो बचेगा वो येहू दी तलवार नाल मरेगा। हजाएल नू खड़ा कर, येहू नू खड़ा कर, उस तो बाद अलीशा नू खड़ा कर, और उस तो बाद है मीका। हालेलुया। जेड़ा हजाएल दी तलवार तो बचेगा वो येहू दी तलवार ना मारिया जाएगा। जेड़ा येहू दी तलवार तो बचेगा अलीशा दी तलवार ना मारिया जाएगा, और जे अलीशा दी तलवार तो बचया तो वो मीका दी तलवार नाल मारिया जाएगा। हालेलुया। और मीका जेड़ा है उहदे कोल जेड़ी तलवार सी वो वचन दी तलवार सी। हालेलुया। ओहो ही फिर आके भविष्यवाणी करता है आहाब दे लई कि राजा तू युद्ध दे मैदान दे विच जरूर मारिया जावेगा। तुसीं ये सुनी है कहानी, पर मेरा विषय है अज दा कि एलिया तू इत्थे की करदा है। हालेलुया। भाई ब्रानम दा मैसेज है, उस दे विचों मैं हवाले लए हैं। अज की है कि लोग अपनी आवाज़ परमेश्वर नूं सुनाना चाहते हैं। अपनी आवाज़ ਵੱਡੇ ਵੱਡੇ पंडाल ला के, ਵੱਡੇ ਵੱਡੇ माइक, ਵੱਡੇ ਵੱਡੇ स्पीकर, भंगड़े पा पा के, गीत गा गा के लोग अपनी आवाज़ परमेश्वर नूं सुनाना चाहते हैं, पर ओदी आवाज़ नहीं सुनना चाहते कि वो की कह रहा है। हालेलुया। तुसी समझ रहे हो, मेरे नाल ही हो। लोग अपनी आवाज़ सुनाना चाहते हैं, रात रात भर प्रार्थना करी जाते हैं, रो रो के प्रार्थना करी जाते हैं, खुंदरां दे विच वड़े हुए हैं, और बेशक हो 40 दिन का सफ़र किया होवे, 40 दिन रोजे रखते हैं लोग, पर अपनी आवाज़ उन्होंने सुनाना चाहते हैं कि प्रभु साड़ी सुन ला, प्रभु साड़ी सुन ला। सारे यो कहते हैं कि प्रभु साड़ी सुन ला, यही कहते हैं, पर असी उहदी आवाज़ सुननी। वो सानू की कह रहा? हालेलुया। वो कहता है कि जिहड़ा तौबा करे बपतिस्मा लवे वो बचाया जाएगा। हालेलुया। क्योंकि उसकी भेड़ उसकी आवाज़ नूं सुनती है। प्रभु जो है अपने बंदियां नूं बचाउण दे लई, जरूरी नहीं है। एक बारी एक बंदा जिहड़ा है भाई ब्रानम नूं कहंदा, वो दूसरा सगा बैपटिस्ट चर्च का सगा, वो कहंदा भाई भी मैं भी पवित्र आत्मा पाउणा चाहुंदा, मैं इदां करदा वधिया 2 सूट सवाउंदा, एक तुहाडे लई एक अपने लई। असी एक होटल का कमरा बुक करते हैं, उत्थे कहंदा भी मेरे लिए प्रार्थना करियो वधिया तरीके दे नाल ताकि मैं पवित्र आत्मा पा सकां। और भाई ब्रानम कहंदा कि तू अपना कोट अपना सूट अपने कोल रख, अपना होटल तू अपने कोल रख। प्रभु जद किसी नूं पवित्र आत्मा देना चाहुंदा है तो जिहड़े मर्जी हालात दे विच बंदा होवे, साडा प्रभु उत्थे आ जांदा है। सानू उहदे कोल जाण दी जरूरत नहीं, क्योंकि तुसीं उहनूं लभ नहीं सकदे कि वो कित्थे रहिंदा है। दुनिया परमेश्वर नूं नहीं लभ सकती कि परमेश्वर कित्थे रहिंदा है। हालेलुया। ये ओहो ही है जिहड़ा लभ सकदा है। और फिर उस दसदा है कि प्रभु अपने बंदे नूं बचाउण दे लई मच्छी दे पेट विच आ सकदा है। हालेलुया। प्रभु अपने बंदियां नूं बचाउण दे लई
ਅੱਗ ਦੀ ਭੱਠੀ ਵਿੱਚ ਆ ਸਕਦਾ ਹੈ। ਪ੍ਰਭੂ ਆਪਣੇ ਬੰਦੇ ਨੂੰ ਬਚਾਉਣ ਦੇ ਲਈ ਸ਼ੇਰਾਂ ਦੀ ਮਾਂਦ ਵਿੱਚ ਆ ਸਕਦਾ ਹੈ। ਹਾਲੇਲੂਇਆ। ਉਹਨੂੰ ਹੋਟਲ ਨਹੀਂ ਚਾਹੀਦੇ, ਉਹਨੂੰ ਬਹੁਤ ਵੱਡੀਆਂ ਵੱਡੀਆਂ ਚਰਚਾਂ ਨਹੀਂ ਚਾਹੀਦੀਆਂ ਆਉਣ ਦੇ ਲਈ। ਜਿੱਥੇ ਵੀ ਤੁਸੀਂ ਉਸ ਨੂੰ ਬੁਲਾਓਗੇ ਉੱਥੇ ਆ ਜਾਂਦਾ ਹੈ। ਹਾਲੇਲੂਇਆ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕਿਹੜੀ ਚਰਚ ਦੇ ਮੈਂਬਰ ਹੋ, ਕਿੱਡੀ ਵੱਡੀ ਚਰਚ ਹੈ, ਕਿੱਡਾ ਵੱਡਾ ਪ੍ਰਚਾਰਕ ਹੈ। ਫਰਕ ਸਿਰਫ ਇਸ ਨਾਲ ਪੈਂਦਾ ਹੈ ਕਿ ਤੁਸੀਂ ਉਸ ਨੂੰ ਪੁਕਾਰਦੇ ਕਿਸ ਤਰ੍ਹਾਂ। ਤੁਹਾਡੇ ਕੋਲ ਕੰਨ ਹਨ ਉਸ ਦੀ ਆਵਾਜ਼ ਸੁਣਨ ਦੇ ਲਈ। ਉਹ ਚਾਹੁੰਦਾ ਹੈ ਕਿ ਤੁਸੀਂ ਉਸ ਦੀ ਆਵਾਜ਼ ਸੁਣੋ। ਪਰ ਸਮਾਜ ਜਿਹੜਾ ਹੈ, ਦੁਨੀਆ ਉਲਟ ਲੱਗੀ ਹੋਈ ਹੈ। ਦੁਨੀਆ ਆਪਣੀ ਆਵਾਜ਼ ਉਹਨੂੰ ਸੁਣਾਉਣਾ ਚਾਹੁੰਦੀ ਹੈ। ਔਰ ਵਚਨ ਦੇ ਵਿੱਚ ਲਿਖਿਆ ਹੈ ਕਿ ਉਹ ਬਹਿਰਾ ਨਹੀਂ ਹੈ। ਉਹ ਤੁਹਾਡੇ ਬੋਲਣ ਤੋਂ ਪਹਿਲਾਂ ਜਾਣਦਾ ਹੈ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ। ਹਾਲੇਲੂਇਆ। ਉਹ ਤੁਹਾਡੇ ਮੰਗਣ ਤੋਂ ਪਹਿਲਾਂ ਜਾਣਦਾ ਹੈ ਕਿ ਤੁਸੀਂ ਕੀ ਮੰਗਣਾ ਹੈ। ਉਹਨੂੰ ਬਹੁਤ ਵੱਡੇ ਵੱਡੇ ਲਾਊਡ ਸਪੀਕਰ ਲਾ ਲਾ ਕੇ, ਭੰਗੜੇ ਪਾ ਪਾ ਕੇ ਦੱਸਣ ਦੀ ਜ਼ਰੂਰਤ ਨਹੀਂ ਹੈ। ਉਹ ਚਾਹੁੰਦਾ ਹੈ ਕਿ ਤੁਸੀਂ ਉਸ ਦੀ ਆਵਾਜ਼ ਨੂੰ ਸੁਣੋ। ਏਲੀਆ ਜੋ ਬਹੁਤ ਵਧੀਆ ਪ੍ਰਾਰਥਨਾ ਕਰਦਾ ਹੈ, ਵਚਨ ਦੇ ਵਿੱਚ ਲਿਖਿਆ ਹੈ ਕਿ ਏਲੀਆ ਜੋ ਹੈ ਉਸ ਦੀ ਪ੍ਰਾਰਥਨਾ ਦੇ ਵਿੱਚ ਇੰਨਾ ਦਮ ਸੀ ਕਿ ਉਹ ਬੱਦਲਾਂ ਨੂੰ ਰੋਕ ਸਕਦਾ ਹੈ ਕਿ ਮੀਂਹ ਨਾ ਪਵੇ। ਹਾਲੇਲੂਇਆ। ਉਹ ਵੀ ਘਬਰਾ ਜਾਂਦਾ ਹੈ ਇੱਕ ਵਾਰ। ਜਦ ਘਬਰਾ ਜਾਂਦਾ ਹੈ ਔਰ ਬਹੁਤ ਦੂਰ ਚਲੇ ਜਾਂਦਾ, 40 ਦਿਨ ਦਾ ਸਫ਼ਰ ਕਰਕੇ ਬਹੁਤ ਦੂਰ ਚਲੇ ਜਾਂਦਾ, ਇੱਕ ਪਹਾੜੀ ਦੀ ਖੁੰਦਰ ਦੇ ਵਿੱਚ ਜਾ ਕੇ ਲੁਕ ਜਾਂਦਾ ਹੈ। ਹਾਲੇਲੂਇਆ। ਪਰਮੇਸ਼ਰ ਉੱਥੇ ਜਾ ਕੇ ਉਹਨੂੰ ਲੱਭ ਲੈਂਦਾ ਹੈ। ਹਾਲੇਲੂਇਆ। ਔਰ ਉਹਨੂੰ ਕਹਿੰਦਾ, ਏਲੀਆ ਤੂੰ ਇੱਥੇ ਕੀ ਕਰਦਾ? ਤੈਨੂੰ ਉੱਥੇ ਹੋਣਾ ਚਾਹੀਦਾ ਜਿੱਥੇ ਈਜ਼ਬਲ ਰਾਜ ਕਰਦੀ ਹੈ। ਹਾਲੇਲੂਇਆ। ਤੈਨੂੰ ਉਹਨਾਂ ਮਿਸ਼ਨਾਂ ਜਥੇਬੰਦੀਆਂ ਦੇ ਖਿਲਾਫ ਖੜਾ ਹੋਣਾ ਪਵੇਗਾ। ਤੈਨੂੰ ਉਹਨਾਂ ਲੋਕਾਂ ਦੇ ਖਿਲਾਫ ਖੜੇ ਹੋਣਾ ਪਵੇਗਾ ਜਿਹੜੇ ਲੋਕ ਪਰਮੇਸ਼ਰ ਦੇ ਵਚਨ ਦੇ ਖਿਲਾਫ ਕੰਮ ਕਰਦੇ ਹਨ। ਹਾਲੇਲੂਇਆ। ਹਰ ਲੋਕਾਂ ਨੇ ਸਿਰਫ ਇਹ ਹਥਿਆਰ ਬਣਾਏ ਹਨ ਕਿ ਕਿਸੇ 'ਤੇ ਦੋਸ਼ ਨਾ ਲਾਓ, ਕਿਸੇ ਦੇ ਖਿਲਾਫ ਨਾ ਬੋਲੋ। ਅਗਰ ਕੋਈ ਕਿਸੇ 'ਤੇ ਦੋਸ਼ ਨਹੀਂ ਲਾਵੇਗਾ ਤੇ ਫਿਰ ਤਾਂ ਈਜ਼ਬਲ ਵੀ ਬਚ ਜਾਣੀ ਸੀ, ਫਿਰ ਰਾਜਾ ਆਹਾਬ ਵੀ ਬਚ ਜਾਣਾ ਸੀ। ਏਲੀਆ ਨੇ ਉਹਨਾਂ 'ਤੇ ਦੋਸ਼ ਲਾਇਆ ਕਿ ਰਾਜਾ ਆਹਾਬ ਤੂੰ ਇਹੋ ਗਲਤ ਕਰਦਾ ਹੈ ਜੋ ਕਰਦਾ ਹੈ। ਹਾਲੇਲੂਇਆ। ਔਰ ਜਿੰਨੇ ਵੀ ਕੰਮ ਸੀਗੇ, ਉਹ ਜਦ ਇੱਕ ਵਾਰ ਰਾਜਾ ਆਹਾਬ ਜੋ ਹੈ ਉਹ ਆਪਣੇ ਮਹਿਲ ਦੇ ਉੱਤੇ ਘੁੰਮ ਰਿਹਾ ਹੁੰਦਾ, ਉਹ ਦੇਖਦਾ ਕਿ ਲਾਗੇ ਇੱਕ ਅੰਗੂਰਾਂ ਦੀ ਬਾੜੀ ਹੁੰਦੀ ਹੈ ਔਰ ਉਸ ਬੰਦੇ ਨਾਲ ਗੱਲ ਕਰਦਾ ਹੈ। ਉਹ ਕਹਿੰਦਾ ਕਿ ਅੰਗੂਰਾਂ ਦੀ ਬਾੜੀ ਸਾਡੇ ਮਹਿਲ ਦੇ ਨਾਲ ਲੱਗਦੀ ਹੈ, ਵੀ ਤੈਨੂੰ ਜਿੰਨੇ ਪੈਸੇ ਚਾਹੀਦੇ ਆ ਤੂੰ ਉਹਨੇ ਪੈਸੇ ਲੈ ਲੈ ਔਰ ਅਸੀਂ ਤੈਨੂੰ ਸਾਨੂੰ ਇਹ ਦੇ ਪੈਸੇ ਲੈ ਲੈ। ਉਹ ਬੰਦਾ ਕਹਿੰਦਾ ਨਹੀਂ, ਮੈਂ ਬੜੇ ਪ੍ਰੇਮ ਦੇ ਨਾਲ ਪਾਲੀ ਹੈ, ਮੈਂ ਆਪਣੇ ਹੱਥ ਦੇ ਨਾਲ ਇਹ ਅੰਗੂਰਾਂ ਦੀ ਬਾੜੀ ਲਾਈ ਹੈ, ਨਹੀਂ ਮੈਂ ਇਹ ਵੇਚਣੀ ਨਹੀਂ ਹੈ। ਔਰ ਰਾਜੇ ਨੂੰ ਉਹ ਪਸੰਦ ਸੀ। ਰਾਜਾ ਆ ਜਾਂਦਾ ਹੈ ਔਰ ਸ਼ਾਮ ਨੂੰ ਆਪਣੇ ਮਹਿਲ ਦੇ ਵਿੱਚ ਉਦਾਸ ਜਿਹਾ ਬੈਠਾ ਹੁੰਦਾ ਹੈ ਔਰ ਈਜ਼ਬਲ ਆਉਂਦੀ ਹੈ। ਉਹ ਕਹਿੰਦੀ ਵੀ ਰਾਜਾ ਤੇਰਾ ਮੂੰਹ ਕਿਉਂ ਉਤਰਿਆ ਹੋਇਆ ਹੈ? ਉਹ ਕਹਿੰਦਾ ਨਹੀਂ ਇੱਦਾਂ ਦੀ ਕੋਈ ਗੱਲ ਨਹੀਂ, ਵੈਸੇ ਹੀ ਮੈਨੂੰ ਉਹ ਬਾਗ ਜਿਹੜਾ ਹੈ ਲਾਗੇ ਪਸੰਦ ਆ ਗਿਆ। ਮੈਂ ਬੰਦੇ ਨਾਲ ਗੱਲ ਕੀਤੀ ਵੀ ਜਿੰਨੇ ਪੈਸੇ ਲੈਣੇ ਲੈ ਲਾ, ਪਰ ਉਹ ਬੰਦਾ ਕਹਿੰਦਾ ਵੀ ਮੈਂ ਨਹੀਂ ਵੇਚਣੀ। ਚਲੋ ਕਹਿੰਦਾ ਕੋਈ ਨਹੀਂ। ਕਹਿੰਦੀ ਕੋਈ ਨਹੀਂ। ਉਹ ਆਪਣੇ ਬੰਦੇ ਭੇਜਦੀ ਆ, ਕਹਿੰਦੀ ਉਸ ਦੇ ਉੱਤੇ ਇਲਜ਼ਾਮ ਲਾਓ ਔਰ ਇਹ ਕੱਲ ਸਵੇਰ ਤੱਕ ਬਾਗ ਜੋ ਹੈ ਇਹ ਸਾਨੂੰ ਮਿਲਣਾ ਚਾਹੀਦਾ ਹੈ। ਔਰ ਉਹਦੇ 'ਤੇ ਇਲਜ਼ਾਮ ਲਾਉਂਦੀ ਹੈ ਵੀ ਇਹ ਬੰਦਾ ਇੱਦਾਂ ਦਾ ਹੈ, ਰਾਜ ਦੇ ਖਿਲਾਫ ਕੰਮ ਕਰਦਾ, ਮਹਿਲ ਦੇ ਲਾਗੇ ਰਹਿੰਦਾ ਹੈ, ਮੈਂ ਇਹ ਸੂਈਆ ਬਣਿਆ ਹੈ, ਮਹਿਲ ਦੀਆਂ ਸਾਰੀਆਂ ਗਤੀਵਿਧੀਆਂ ਹੈ ਪਤਾ ਨਹੀਂ ਕਿੱਥੇ ਕਿੱਥੇ ਪਹੁੰਚਾਉਂਦਾ ਹੈ ਔਰ ਲੋਕ ਉਸ ਨੂੰ ਪੱਥਰ ਮਾਰ ਮਾਰ ਕੇ ਮਾਰ ਦਿੰਦੇ ਹਨ। ਹਾਲੇਲੂਇਆ। ਔਰ ਪਰਮੇਸ਼ਰ ਕਹਿੰਦਾ ਏਲੀਆ ਤੂੰ ਆ ਕੇ ਤੇ ਖੁੰਦਰ ਦੇ ਵਿੱਚ ਵੜਿਆ ਹੈ ਔਰ ਉੱਥੇ ਕੀ ਹੋ ਰਿਹਾ ਹੈ ਉਹਦੇ ਖਿਲਾਫ ਕਿਹਨੇ ਬੋਲਣਾ ਹੈ, ਉੱਥੇ ਕਿਹਨੇ ਖੜਾ ਹੋਣਾ ਹੈ। ਹਾਲੇਲੂਇਆ। ਇਹ ਜ਼ਰੂਰੀ ਹੈ ਕਿ ਅੱਜ ਵੀ ਏਲੀਆ ਹੋਣ। ਅੱਜ ਖੁੰਦਰਾਂ ਦੇ ਵਿੱਚ ਵੜਨ ਦੀ ਜ਼ਰੂਰਤ ਨਹੀਂ ਹੈ। ਅੱਜ ਜ਼ਰੂਰਤ ਹੈ ਕਿ ਚਟਾਨ ਦੇ ਉੱਤੇ ਖੜੇ ਹੋ ਕੇ ਉਹ ਆਵਾਜ਼ ਸੁਣੀ ਜਾਵੇ ਕਿ ਤੁਸੀਂ ਇੱਥੇ ਕੀ ਕਰਦੇ ਹੋ। ਹਾਲੇਲੂਇਆ। ਔਰ ਲੋਕਾਂ ਨੇ ਵਚਨ ਦਾ ਘਾਣ ਕੀਤਾ ਪਿਆ ਹੈ ਔਰ ਆਪਣੀ ਬੁੱਧ ਦੇ ਨਾਲ ਹੀ ਪ੍ਰਚਾਰ ਕੀਤਾ ਜਾ ਰਿਹਾ ਹੈ। ਉਸ ਦੀ ਆਵਾਜ਼ ਨੂੰ ਨਹੀਂ ਸੁਣਨਾ ਚਾਹੁੰਦੇ, ਆਪਣੀ ਹੀ ਆਵਾਜ਼। ਇੰਨਾ ਜ਼ਿਆਦਾ ਸ਼ੋਰ, ਇੰਨਾ ਜ਼ਿਆਦਾ ਸ਼ੋਰ ਕਿ ਉਹਦੀ ਆਵਾਜ਼ ਹੀ ਨਹੀਂ ਸੁਣਨਾ ਚਾਹੁੰਦੇ, ਬਸ ਆਪਣੀ ਆਵਾਜ਼, ਆਪਣੀ ਆਵਾਜ਼। ਹਾਲੇਲੂਇਆ। ਪਰਮੇਸ਼ਰ ਚਾਹੁੰਦਾ ਕਿ ਉਸ ਦੀ ਆਵਾਜ਼ ਸੁਣੀ ਜਾਵੇ। ਅੱਜ ਅਸੀਂ ਇੱਥੇ ਉਸ ਦੀ ਆਵਾਜ਼ ਸੁਣਨ ਦੇ ਲਈ ਇਕੱਠੇ ਹੋਏ ਹਾਂ। ਹਾਲੇਲੂਇਆ। ਅਸੀਂ ਬੜੇ ਡਰ ਔਰ ਖੌਫ ਦੇ ਨਾਲ ਉਸ ਦੀ ਆਵਾਜ਼ ਸੁਣਨੀ ਹੈ ਔਰ ਉਸ ਦੀ ਆਵਾਜ਼ ਹੈ ਕਿ ਤੁਹਾਨੂੰ
चट्टान दे उत्ते खड़े होना पैना। हालेलुया। ਤੁਹਾਨੂੰ ਉਹਨਾਂ ਮਿਸ਼ਨਾਂ ਜਥੇਬੰਦੀਆਂ ਦੇ ਖਿਲਾਫ ਖੜੇ ਹੋਣਾ ਪੈਣਾ ਹੈ। ਹਾਲੇਲੂਇਆ। ਪਿਆਰ ਇਹ ਨਹੀਂ ਹੈ ਕਿ ਕਿਸੇ ਦੇ ਨਾਲ ਚਿਕਨੀਆਂ ਚੋਪੜੀਆਂ ਗੱਲਾਂ ਕੀਤੀਆਂ ਜਾਣ, ਕਿਸੇ ਨੂੰ ਉੱਦਾਂ ਹੀ ਬੇਮਤਲਬ ਦਾ ਹੀ ਹੌਸਲਾ ਦੇਈ ਜਾਈਏ। ਪਿਆਰ ਇਹ ਨਹੀਂ ਹੈ। ਪਿਆਰ ਇਹ ਹੈ ਕਿ ਕਿਸੇ ਨੂੰ ਅੱਗ ਤੋਂ ਬਚਾਇਆ ਜਾ ਸਕੇ। ਹਾਲੇਲੂਇਆ। ਨਰਕ ਦੀ ਅੱਗ ਚੋਂ ਕਿਸੇ ਨੂੰ ਬਚਾ ਲੈਣਾ ਪਿਆਰ ਹੈ। ਪਿਆਰ ਚਿਕਨੀਆਂ ਚੋਪੜੀਆਂ ਗੱਲਾਂ ਕਰਨ ਦੇ ਨਾਲ ਨਹੀਂ ਹੈ। ਜਿਸ ਤਰ੍ਹਾਂ ਲੋਕ ਅੱਜ ਕੱਲ੍ਹ ਕਹਿੰਦੇ ਆ ਕਿ ਇੱਕ ਦੂਜੇ ਨੂੰ ਪ੍ਰੇਮ ਕਰੋ, ਇੱਕ ਦੂਜੇ ਨੂੰ ਪ੍ਰੇਮ ਕਰੋ। ਅਗਰ ਉਹ ਗਲਤ ਹੈ ਤਾਂ ਉਸ ਨੂੰ ਸੁਧਾਰਨਾ ਵੀ ਹੈ। ਇਹ ਸਾਰਾ ਵਚਨ ਜੋ ਹੈ ਤਾੜਨ ਔਰ ਸੁਧਾਰਨ ਦੇ ਲਈ ਹੈ, ਉੱਦਾਂ ਹੀ ਚਿਕਨੀਆਂ ਚੋਪੜੀਆਂ ਗੱਲਾਂ ਕਰਨ ਦੇ ਲਈ ਨਹੀਂ ਹੈ। ਹਾਲੇਲੂਇਆ। ਵਚਨ ਦਾ ਮਤਲਬ ਹੈ ਕਿ ਅਸੀਂ ਲੋਕਾਂ ਨੂੰ ਉਸ ਨਰਕ ਦੀ ਅੱਗ ਤੋਂ ਬਚਾਉਣਾ ਹੈ। ਹਾਲੇਲੂਇਆ। ਇਹਦੇ ਲਈ ਫਿਰ ਸਾਨੂੰ ਚਾਹੇ ਸਖਤ ਹੋਣਾ ਪਵੇ, ਚਾਹੇ ਸਾਨੂੰ ਜੋ ਮਰਜ਼ੀ ਕਰਨਾ ਪਵੇ, ਆਖਰ ਦੇ ਵਿੱਚ ਉਸ ਨੂੰ ਪਤਾ ਲੱਗੇਗਾ ਪ੍ਰੇਮ ਜਦ ਉਹ ਨਰਕ ਦੀ ਅੱਗ ਤੋਂ ਬਚੇਗਾ। ਹਾਲੇਲੂਇਆ। ਪਰ ਜੇ ਅਸੀਂ ਉਹਦੇ ਨਾਲ ਚਿਕਨੀਆਂ ਚੋਪੜੀਆਂ ਗੱਲਾਂ ਕਰਦੇ ਰਹਾਂਗੇ, ਅਸੀਂ ਚਾਹਾਂਗੇ ਵੀ ਹਾਂ ਬਈ ਕੋਈ ਨਹੀਂ, ਸਾਡੇ ਇੱਥੇ ਜਗ੍ਹਾ ਨਾ ਖਾਲੀ ਹੋ ਜਾਵੇ, ਸਾਡੀ ਚਰਚ ਨਾ ਖਾਲੀ ਹੋ ਜਾਵੇ, ਅਤੇ ਆਖਰ ਜਦ ਉਹ ਅੱਗ ਦੀ ਝੀਲ ਦੇ ਕੋਲ ਜਾਵੇਗਾ ਤਾਂ ਦੋਸ਼ੀ ਅਸੀਂ ਪਾਏ ਜਾਵਾਂਗੇ। ਔਰ ਉਹ ਬੰਦਾ ਵੀ ਸਾਨੂੰ ਕਹੇਗਾ ਦੇਖੋ ਉਹਨੇ ਤਾਂ ਸਾਨੂੰ ਕਦੀ ਦੱਸਿਆ ਹੀ ਨਹੀਂ ਵੀ ਆਹ ਵੀ ਹਾਲ ਉੱਥੇ ਹੋਣਾ ਹੈ। ਹਾਲੇਲੂਇਆ। ਉੱਥੇ ਸਾਨੂੰ ਗੁਫਾ ਦੇ ਵਿੱਚੋਂ ਨਿਕਲਣਾ ਪੈਣਾ। ਔਰ ਉਸ ਦੀ ਆਵਾਜ਼ ਹੈ ਕਿ ਲੋਕਾਂ ਨੂੰ ਪ੍ਰੇਮ ਕਰੋ। ਔਰ ਪ੍ਰੇਮ ਦਾ ਮਤਲਬ ਇਹ ਹੈ ਕਿ ਲੋਕਾਂ ਨੂੰ ਵਚਨ ਦੇ ਉੱਤੇ ਖੜੇ ਕਰੋ। ਹਾਲੇਲੂਇਆ। ਹੁਣ ਪ੍ਰੇਮ ਦਾ ਇਹ ਮਤਲਬ ਨਹੀਂ ਹੈ ਕਿ ਉਹ ਗਲਤ ਕਰ ਰਿਹਾ ਹੈ ਤਾਂ ਉਹਨੂੰ ਤੁਸੀਂ ਹੱਲਾਸ਼ੇਰੀ ਦੇ ਦਿਓ, ਉਹਨੂੰ ਪ੍ਰੇਮ ਦਿਓ, ਥਾਪੜਾ ਦੇ ਦਿਓ, ਕੋਈ ਨਹੀਂ ਕੋਈ ਨਹੀਂ, ਸਾਡਾ ਪ੍ਰਭੂ ਜਿਹੜਾ ਹੈ ਮਾफ़ ਕਰ ਦਿੰਦਾ, ਕੋਈ ਗੱਲ ਨਹੀਂ, ਤੂੰ ਜੋ ਮਰਜ਼ੀ ਕਰੀ ਜਾ। ਇੱਦਾਂ ਨਹੀਂ ਹੈ। ਹਾਲੇਲੂਇਆ। ਸਾਡਾ ਪ੍ਰਭੂ ਅਣਖੀ ਪ੍ਰਭੂ ਹੈ, ਉਹ ਕਾਨੂੰਨ ਵੀ ਜਾਣਦਾ ਹੈ। ਹਾਲੇਲੂਇਆ। ਜੋ ਪ੍ਰੇਮ ਕਰਦਾ ਹੈ ਤਾਂ ਇਕੱਲਾ ਪ੍ਰੇਮ ਨਹੀਂ ਕਰਦਾ, ਉਸਨੇ ਇੱਕ ਕਾਨੂੰਨ ਵੀ ਬਣਾਇਆ ਹੈ ਕਿ ਜੋ ਕੋਈ ਉਹਦੇ ਵਚਨ ਦੇ ਖਿਲਾਫ ਖੜਾ ਹੋਵੇਗਾ ਉਹ ਨਿਸਤਨਾਬੂਦ ਹੋ ਜਾਵੇਗਾ। ਜਿਸ ਤਰ੍ਹਾਂ ਰਾਜਾ ਆਹਾਬ ਇਸਰਾਇਲੀ ਹੀ ਸੀਗਾ, ਉਹ ਵੀ ਇਸਰਾਇਲੀ ਸੀਗਾ, ਪਰ ਉਹ ਪਰਮੇਸ਼ਰ ਦੇ ਵਚਨ ਦੇ ਖਿਲਾਫ ਖੜਾ ਹੋਇਆ। ਔਰ ਜੋ ਵਚਨ ਦੇ ਵਿੱਚ ਲਿਖਿਆ ਸੀ ਕਿ ਤੁਸੀਂ ਜਾਣਦੇ ਆ ਕਿ ਵਚਨ ਦੇ ਵਿੱਚ ਲਿਖਿਆ ਗਿਆ ਹੈ ਕਿ ਪਰਾਈਆਂ ਕੌਮਾਂ ਦੇ ਵਿੱਚੋਂ ਔਰਤ ਨਹੀਂ ਲੈ ਕੇ ਆਉਣੀ। ਹਾਲੇਲੂਇਆ। ਕਿਸੇ ਮੂਰਤੀ ਪੂਜਕ ਦੇ ਨਾਲ ਵਿਆਹ ਨਹੀਂ ਕਰਾਉਣਾ। ਔਰ ਉਸਨੇ ਇਹ ਸਭ ਕੁਛ ਪਰਮੇਸ਼ਰ ਦੇ ਖਿਲਾਫ ਕੀਤਾ। ਔਰ ਉਹ ਜਿਹੜੀ ਸੀ ਈਜ਼ਬਲ ਨੇ ਆ ਕੇ ਪਰਮੇਸ਼ਰ ਦੀਆਂ ਜਿਹੜੀਆਂ ਜਗਵੇਦੀਆਂ ਬਣਾਈਆਂ ਸੀਗੀਆਂ ਲੋਕਾਂ ਨੇ, ਜਿੱਥੇ ਜਿੱਥੇ ਲੋਕ ਪਰਮੇਸ਼ਰ ਦੀ ਭਗਤੀ ਕਰਦੇ ਸੀ ਉਹ ਜਗਵੇਦੀਆਂ ਢਾਹਾਂ ਸੁੱਟਣੀਆਂ। ਔਰ ਜਿਹੜਾ ਵੀ ਕੋਈ ਉਹਦੇ ਖਿਲਾਫ ਬੋਲਦਾ ਸੀ ਨਬੀ, ਕਿਉਂਕਿ ਜਿੱਥੇ ਵੀ ਜਗਵੇਦੀ ਹੋਵੇਗੀ ਜ਼ਰੂਰ ਹੈ ਕਿ ਉੱਥੇ ਕੋਈ ਨਬੀ ਹੋਵੇਗਾ, ਉਹੀ ਤਾਂ ਪੂਜਾ ਪਾਠ ਕਰਾਉਂਦਾ ਹੋਵੇਗਾ ਲੋਕਾਂ ਤੋਂ। ਹਾਲੇਲੂਇਆ। ਉਦੋਂ ਸਾਡੇ ਵਰਗੇ ਪਾਸਟ ਨਹੀਂ ਸੀ ਹੁੰਦੇ ਦੁੱਕੀ ਤਿੱਕੀ। ਹਾਲੇਲੂਇਆ। ਉਦੋਂ ਨਬੀ ਹੁੰਦੇ ਸੀ, ਉਹ ਪਰਮੇਸ਼ਰ ਦੇ ਨਾਲ ਸਿੱਧੀ ਗੱਲ ਕਰਦੇ ਸੀ, ਪਰਮੇਸ਼ਰ ਦੀ ਆਵਾਜ਼ ਨੂੰ ਸੁਣਦੇ ਸੀ। ਹਾਲੇਲੂਇਆ। ਉਹ ਆਪਣੀ ਨਹੀਂ ਸੀ ਸੁਣਾਉਂਦੇ ਪਰਮੇਸ਼ਰ ਨੂੰ, ਉਹ ਪਰਮੇਸ਼ਰ ਦੀ ਆਵਾਜ਼ ਸੁਣਦੇ ਸੀ। ਅੱਜ ਕੀ ਹੈ ਕਿ ਅਸੀਂ ਆਪਣੀ ਆਵਾਜ਼ ਸੁਣਾਉਣ ਦੇ ਉੱਤੇ ਲੱਗੇ ਹੋਏ ਹਾਂ। ਔਰ ਜਦ ਉਸਨੇ ਉਹ ਜਗਵੇਦੀਆਂ ਢਾਉਣੀਆਂ ਸ਼ੁਰੂ ਕੀਤੀਆਂ, ਜਿਹੜਾ ਵੀ ਕੋਈ ਉੱਥੇ ਅੜਦਾ ਸੀ ਉਹਨੂੰ ਉਹ ਕਤਲ ਕਰਵਾ ਦਿੰਦੀ ਸੀ। ਅੱਜ ਵੀ ਇੱਦਾਂ ਹੀ ਹੈ। ਹਾਲੇਲੂਇਆ। ਅੱਜ ਕਤਲ ਤਲਵਾਰਾਂ ਦੇ ਨਾਲ ਨਹੀਂ ਹੁੰਦਾ। ਅੱਜ ਕਤਲ ਹੈ ਕਿ ਤੁਹਾਡਾ ਪ੍ਰਭਾਵ ਖਤਮ ਕੀਤਾ ਜਾਵੇ। ਹਾਲੇਲੂਇਆ। ਤੁਹਾਨੂੰ ਆਤਮਿਕ ਤੌਰ 'ਤੇ ਮਾਰਿਆ ਜਾਵੇ। ਜਦ ਤੁਸੀਂ ਬਿਮਾਰ ਹੋ ਜਾਂਦੇ ਹੋ ਤਾਂ ਇਸ ਤਰ੍ਹਾਂ ਦੀਆਂ ਕਹਾਣੀਆਂ ਬਣਾਈਆਂ ਜਾਣ, ਦੇਖਿਆ ਕੋਈ ਪਾਪ ਜ਼ਰੂਰ ਕੀਤਾ ਹੋਣਾ ਹੈ, ਬੰਦਾ ਜਿਹੜਾ ਹੈ ਬਿਮਾਰ ਹੋ ਗਿਆ। ਔਰ ਬਿਮਾਰੀ ਜੋ ਹੈ ਉਹ ਉਸ ਦੀ ਮਹਿਮਾ ਦੇ ਲਈ ਵੀ ਹੋ ਸਕਦੀ ਹੈ। ਹਾਲੇਲੂਇਆ। ਕਿ ਪ੍ਰਭੂ ਆਪਣੀ ਮਹਿਮਾ ਕਰਾਵੇ, ਤਾਂ ਕਿ ਜਦ ਉਹ ਬਿਮਾਰੀਆਂ ਤੋਂ ਚੰਗਾ ਕਰਦਾ ਹੈ ਤੇ ਸਾਨੂੰ ਫਿਰ ਸਭੋ ਕੁਛ ਯਾਦ ਆ ਜਾਂਦਾ ਹੈ ਕਿ ਸਾਡਾ ਪ੍ਰਭੂ ਜਿਹੜਾ ਮੱਛੀ ਦੇ ਪੇਟ 'ਚ ਜਾਣਾ ਜਾਣਦਾ ਹੈ, ਸਾਡਾ ਪ੍ਰਭੂ ਅੱਗ ਦੀ ਭੱਠੀ ਵਿੱਚ ਜਾਣਾ ਜਾਣਦਾ। ਕੀ ਸਾਡਾ ਪ੍ਰਭੂ ਹਸਪਤਾਲ ਵਿੱਚ ਨਹੀਂ ਆ ਸਕਦਾ? ਉਹ ਹਸਪਤਾਲ ਦੇ ਵਿੱਚ ਵੀ ਆ ਸਕਦਾ, ਤਾਂ ਉਹ ਮੰਜੀ ਤੋਂ ਉਸਨੂੰ ਉਠਾ ਕੇ ਖੜਾ ਕਰ ਸਕਦਾ ਹੈ। ਹਾਲੇਲੂਇਆ। ਔਰ ਸਾਡਾ ਪ੍ਰਭੂ ਜੋ ਹੈ ਉਹ ਸਭ ਕੁਛ ਕਰਨਾ ਜਾਣਦਾ ਹੈ। ਔਰ ਜ਼ਰੂਰਤ ਹੈ ਕਿ ਅਸੀਂ ਉਸ ਦੀ ਆਵਾਜ਼ ਨੂੰ ਸੁਣੀਏ। ਔਰ ਜਦ ਅਸੀਂ ਉਸ ਦੀ ਆਵਾਜ਼ ਨੂੰ ਸੁਣਦੇ ਹਾਂ ਤੇ ਫਿਰ ਉਹ ਸਾਨੂੰ ਉਹ ਕਹਿੰਦਾ ਹੈ ਕਿ ਤੁਸੀਂ ਇੱਥੇ ਕੀ ਕਰ ਰਹੇ ਹੋ? ਹਾਲੇਲੂਇਆ। ਤੁਸੀਂ ਸੰਗਤੀ ਦੇ ਵਿੱਚ ਕੀ ਕਰ ਰਹੇ ਹੋ?
ਤੁਹਾਡਾ ਕੰਮ ਹੈ ਲੋਕਾਂ ਨੂੰ ਗਵਾਹੀ ਦੇਣਾ, ਜਾ ਕੇ ਪ੍ਰਚਾਰ ਕਰਨਾ, ਨਾ ਕਿ ਸਿਰਫ ਸੰਗਤੀਆਂ ਦੇ ਵਿੱਚ ਬਣੇ ਰਹਿਣਾ। 25-25 ਸਾਲ ਤੋਂ 30-30 ਸਾਲ ਤੋਂ ਲੋਕ ਜਿਹੜੇ ਚੌਂਕੜੀਆਂ ਮਾਰ ਕੇ ਬੈਠੇ ਹਨ, ਗੁਫਾ ਦੇ ਵਿੱਚ ਵੜ ਗਏ ਹਨ। ਹਾਲੇਲੂਇਆ। ਕਿਉਂਕਿ ਉਹ ਪਰਮੇਸ਼ਰ ਦੀ ਆਵਾਜ਼ ਨੂੰ ਨਹੀਂ ਸੁਣਨਾ ਚਾਹੁੰਦੇ। ਪਰਮੇਸ਼ਰ ਦੀ ਆਵਾਜ਼ ਹੈ ਕਿ ਗਵਾਹੀ ਦਿਓ। ਹਾਲੇਲੂਇਆ। ਆਪਣੇ ਘਰਾਂ ਚੋਂ ਬਾਹਰ ਨਿਕਲੋ, ਆਪਣੀ ਉਸ ਗੁਫਾ ਚੋਂ ਬਾਹਰ ਨਿਕਲੋ ਔਰ ਉਹਨਾਂ ਜਥੇਬੰਦੀਆਂ ਦੇ ਖਿਲਾਫ ਖੜੇ ਹੋਵੋ ਜਿਨ੍ਹਾਂ ਨੇ ਪ੍ਰਭੂ ਦੇ ਨਾਮ ਦੇ ਬਪਤਿਸਮੇ ਨੂੰ ਬਦਲੀ ਕੀਤਾ। ਹਾਲੇਲੂਇਆ। ਜਿਨ੍ਹਾਂ ਨੇ ਇੱਕ ਪਰਮੇਸ਼ਰ ਨੂੰ ਤਿੰਨ ਪਰਮੇਸ਼ਰ ਬਣਾ ਕੇ ਰੱਖ ਦਿੱਤਾ ਹੈ, ਜਾਂ ਪਿਤਾ ਨੂੰ ਵੱਖ, ਪੁੱਤਰ ਨੂੰ ਵੱਖ ਔਰ ਪਵਿੱਤਰ ਆਤਮਾ ਨੂੰ ਵੱਖ ਕੀਤਾ ਹੋਇਆ, ਉਹਨਾਂ ਦੇ ਖਿਲਾਫ ਖੜੇ ਹੋਣਾ ਹੈ। ਹਾਲੇਲੂਇਆ। ਔਰ ਆਪਣੇ ਅੱਗੇ ਤੋਂ ਅੱਗੇ ਲੋਕ ਖੜੇ ਕਰਨੇ ਹਨ। ਇੱਕ ਫੇਲ ਹੋਵੇਗਾ, ਦੂਜਾ ਖੜਾ ਹੋਵੇਗਾ, ਦੂਜਾ ਫੇਲ ਹੋਵੇਗਾ, ਤੀਜਾ ਖੜਾ ਹੋਵੇਗਾ, ਤੀਜਾ ਫੇਲ ਹੋਵੇਗਾ ਤੇ ਚੌਥਾ ਖੜਾ ਹੋਵੇਗਾ। ਪਰਮੇਸ਼ਰ ਆਪਣੇ ਆਪ ਕੁਛ ਨਹੀਂ ਕਰਦਾ, ਉਹ ਬੰਦਿਆਂ ਤੋਂ ਕੰਮ ਕਰਾਉਣਾ ਜਾਣਦਾ ਹੈ। ਹਾਲੇਲੂਇਆ। ਉਹ ਬੰਦਿਆਂ ਤੋਂ ਕੰਮ ਕਰਾਉਂਦਾ ਹੈ। ਪਰਮੇਸ਼ਰ ਨੇ 99 ਸ਼ਹਿਰ ਨੂੰ ਬਚਾਉਣਾ ਹੁੰਦਾ ਤਾਂ ਉੱਦਾਂ ਹੀ ਉੱਥੇ ਉਹ ਗਰਮੀ ਇੰਨੀ ਕਰ ਦਿੰਦਾ, ਮੰਨ ਲਓ ਕਿ ਲੋਕੀ ਭੁੱਜਣ ਲੱਗ ਪੈਂਦੇ ਤੇ ਚੀਕਾਂ ਮਾਰਦੇ, ਪਰਮੇਸ਼ਰ ਨੂੰ ਪੁਕਾਰਦੇ। ਜਾਂ ਉੱਥੇ ਕੋਈ ਬਵਾ ਆ ਜਾਂਦੀ, ਜਿਸ ਤਰ੍ਹਾਂ ਅੱਜ ਬਵਾ ਆਈ ਹੈ ਔਰ ਲੋਕ ਜਿਹੜੇ ਉਹ ਅੰਦਰਾਂ 'ਚ ਵੜ ਵੜ ਕੇ ਪ੍ਰਾਰਥਨਾ ਕਰਦੇ ਆ। ਹਾਲੇਲੂਇਆ। ਪਰਮੇਸ਼ਰ ਇਹਨਾਂ ਬਵਾ ਦੇ ਵਿੱਚ, ਇਹਨਾਂ ਪਾਪਾਂ ਦੇ ਵਿੱਚ, ਇਹਨਾਂ ਦੁੱਖਾਂ ਤਕਲੀਫਾਂ ਦੇ ਵਿੱਚ ਬੰਦਿਆਂ ਨੂੰ ਇਸਤੇਮਾਲ ਕਰਦਾ। ਹਾਲੇਲੂਇਆ। ਔਰ ਬੰਦਿਆਂ ਨੇ ਉਸ ਦੀ ਆਵਾਜ਼ ਸੁਣਨੀ ਹੈ ਔਰ ਫਿਰ ਉਸਨੇ ਬਾਹਰ ਨਿਕਲਣਾ ਹੈ। ਔਰ ਜਿਸ ਤਰ੍ਹਾਂ ਅੱਜ ਕੱਲ੍ਹ ਵਚਨ ਨੂੰ ਹੀ ਤੋੜਿਆ ਮਰੋੜਿਆ ਜਾਂਦਾ, ਔਰ ਸਭ ਤੋਂ ਵੱਧ ਰੌਲਾ ਪੈਂਦਾ ਹੈ ਕਿ ਬੀਜੋ ਬੀਜੋ ਬੀਜੋ। ਬੀਜਣਾ ਪੈਸੇ ਨਹੀਂ, ਬੀਜਣਾ ਪ੍ਰਚਾਰਕ ਨੇ ਵਚਨ ਬੀਜਣਾ ਹੈ। ਬੀਜਣਾ ਕਿਹਨੇ ਹੈ? ਪ੍ਰਚਾਰਕ ਨੇ। ਸੰਗਤੀ ਦੇ ਵਿੱਚ ਬੀਜਣਾ ਹੈ ਔਰ ਸੰਗਤੀ ਨੇ ਉਹਦੇ 'ਤੇ ਜਾ ਕੇ ਮੰਥਨ ਕਰਨਾ ਤੇ ਆਪਣਾ ਜੀਵਨ ਜੀਣਾ ਹੈ। ਔਰ ਜੋ ਪ੍ਰਚਾਰ ਨੇ ਬੀਜਿਆ ਹੈ ਔਰ ਸੰਗਤੀ ਦਾ ਜੀਵਨ ਜਿਹੜਾ ਹੈ ਉਹਦੇ ਪ੍ਰਤੀ ਫਲ ਲੈ ਕੇ ਆਉਂਦਾ ਹੈ। ਇਹਦੇ ਪੈਸੇ ਦਾ ਬੀਜਣਾ ਬੁੱਝਣਾ ਕੁਛ ਨਹੀਂ ਹੈ। ਔਰ ਇਹਨਾਂ ਚੀਜ਼ਾਂ ਦੇ ਖਿਲਾਫ ਪਰਮੇਸ਼ਰ ਕਹਿੰਦਾ ਕਿ ਤੁਸੀਂ ਇੱਥੇ ਕੀ ਕਰਦੇ ਹੋ? ਤੁਸੀਂ ਨਿਕਲੋ ਔਰ ਚਟਾਨ ਦੇ ਉੱਤੇ ਖੜੇ ਹੋਵੋ ਔਰ ਉਸ ਜਥੇਬੰਦੀ ਦਾ ਮੁਕਾਬਲਾ ਕਰੋ ਜਿਸ ਨੇ ਪਰਮੇਸ਼ਰ ਦੇ ਵਚਨ ਦਾ ਕਾਣ ਕੀਤਾ ਹੋਇਆ। ਹਾਲੇਲੂਇਆ। ਲੋਕ ਵਿਚਾਰੇ ਜਾਂਦੇ ਹਨ ਔਰ ਵਚਨ ਸੁਣ ਜਾਂਦੇ ਆ ਔਰ ਸੁਣ ਕੇ ਆ ਜਾਂਦੇ ਆ। ਔਰ ਵਚਨ ਕੀ ਦੱਸਿਆ ਜਾਂਦਾ ਕਿ ਬੀਜੋ, ਜੋ ਕੁਛ ਹੈ ਤੁਹਾਡੇ ਕੋਲ ਬਸ ਬੀਜ ਜਾਓ। ਹਾਲੇਲੂਇਆ। ਇਹ ਗਲਤ ਪ੍ਰਚਾਰ ਹੈ। ਬਪਤਿਸਮਾ ਬਦਲੀ ਕੀਤਾ ਗਿਆ। ਆਇਤਾਂ ਨੂੰ ਤੋੜ ਮਰੋੜ ਕੇ ਆਪਣੇ ਹਿਸਾਬ ਦੇ ਨਾਲ ਪ੍ਰਚਾਰ ਕੀਤਾ ਜਾਂਦਾ ਹੈ। ਤੁਸੀਂ ਵਚਨ ਨੂੰ ਤੋੜ ਮਰੋੜ ਕੇ ਆਪਣੇ ਅਨੁਕੂਲ ਨਹੀਂ ਬਣਾ ਸਕਦੇ। ਤੁਸੀਂ ਵਚਨ ਦੇ ਅਨੁਕੂਲ ਬਣਨਾ ਹੈ। ਹਾਲੇਲੂਇਆ। ਤੁਸੀਂ ਆਪਣੀ ਆਵਾਜ਼ ਉਸ ਨੂੰ ਨਹੀਂ ਸੁਣਾ ਸਕਦੇ। ਜਿੰਨੀਆਂ ਮਰਜ਼ੀ ਚੀਕਾਂ ਮਾਰ ਲਓ, ਜਿੰਨੇ ਮਰਜ਼ੀ ਵੱਡੇ ਵੱਡੇ ਸਪੀਕਰ ਲਾ ਲਓ, ਤੁਹਾਨੂੰ ਉਸ ਦੀ ਆਵਾਜ਼ ਸੁਣਨੀ ਪੈਣੀ ਹੈ। ਉਹ ਕੀ ਕਹਿ ਰਿਹਾ ਹੈ ਔਰ ਪਰਮੇਸ਼ਵਰ ਜੋ ਕਹਿੰਦਾ ਹੈ ਉਹ ਤੁਹਾਨੂੰ ਮੰਨਣਾ ਵੀ ਪੈਣਾ ਹੈ। ਹਾਲੇਲੂਇਆ। ਇਸੇ ਹੀ ਚੀਜ਼ ਨੇ ਇੱਕ ਦਿਨ ਤੁਹਾਡਾ ਹਿਸਾਬ ਕਰਨਾ ਹੈ ਕਿ ਤੁਸੀਂ ਉਸ ਦੀ ਆਵਾਜ਼ ਨੂੰ ਸੁਣਿਆ ਹੈ ਕਿ ਜਾਂ ਆਪਣੀ ਸੁਣਾਈ ਗਏ ਹਾਂ। ਹਾਲੇਲੂਇਆ। ਜਾਂ ਆਪਣੀ ਸੁਣਾਈ ਜਾਂਦੇ ਆ। ਮੰਨ ਲਓ ਤੁਸੀਂ ਕਿਤੇ ਕੁਛ ਲੈਣ ਜਾਂਦੇ ਆ, ਮੰਨ ਲਓ ਟਰੱਕ ਦਾਣਿਆਂ ਦਾ ਹੈ, ਜ਼ਿਆਦਾਤਰ ਉੱਥੇ ਹੀ ਮਿਲਦਾ ਹੈ ਸਭ ਕੁਝ। ਔਰ ਤੁਸੀਂ ਆਪਣਾ ਰੌਲਾ ਪਾਈ ਜਾਂਦੇ ਵੀ ਬੜਾ ਧੁੱਪ ਹੋਈ ਜਾਂਦੀ, ਦਾਣੇ ਦੇ ਦੇ ਦਾਣੇ ਦੇ ਦਿਓ। ਅਗਲਾ ਤੁਹਾਨੂੰ ਕਹਿ ਰਿਹਾ ਵੀ ਆਪਣਾ ਆਧਾਰ ਕਾਰਡ ਲੈ ਕੇ ਆਓ। ਤੁਸੀਂ ਤਾਂ ਉਹਦੀ ਸੁਣਦੇ ਹੀ ਨਹੀਂਗੇ। ਤੁਸੀਂ ਸਾਰਾ ਦਿਨ ਭਾਵੇਂ ਰੌਲਾ ਪਾਈ ਜਾਓ, ਤੁਹਾਨੂੰ ਦਾਣੇ ਨਹੀਂ ਮਿਲਣਗੇ ਜਦ ਤੱਕ ਉਹ ਕਹਿ ਰਿਹਾ ਹੈ ਉਹ ਨਹੀਂ ਤੁਸੀਂ ਸੁਣਦੇ। ਇੱਦਾਂ ਹੀ ਵਚਨ ਹੈ, ਜੋ ਵਚਨ ਕਹਿ ਰਿਹਾ ਹੈ ਜਦ ਤੱਕ ਤੁਸੀਂ ਉਹ ਨਹੀਂ ਸੁਣਦੇ ਔਰ ਉਦੋਂ ਤੱਕ ਤੁਹਾਨੂੰ ਕੁਛ ਵੀ ਹਾਸਲ ਨਹੀਂ ਹੋਵੇਗਾ। ਹਾਲੇਲੂਇਆ। ਤੁਸੀਂ ਵਚਨ ਸੁਣਨਾ ਹੈ ਜੋ ਉਹ ਕਹਿੰਦਾ ਕਿ ਮੇਰੀ ਆਵਾਜ਼ ਨੂੰ ਸੁਣੋ। ਹਾਲੇਲੂਇਆ। ਔਰ ਅਸੀਂ ਗੀਤ ਗਾਉਂਦੇ ਹਾਂ, ਜੇ ਅੱਜ ਦੇ ਦਿਨ ਤੁਸੀਂ ਸੁਣਦੇ ਹੋ ਆਵਾਜ਼ ਯਹੋਵਾ ਦੀ ਤੇ ਪੱਥਰ ਵਾਂਗੂ ਆਪਣੇ ਦਿਲ ਨਾ ਬਣਾਇਓ ਜੀ। ਹਾਲੇਲੂਇਆ। ਔਰ ਸਾਡਾ ਪਰਮੇਸ਼ਰ ਜੋ ਹੈ ਉਹ ਚਾਹੁੰਦਾ ਹੈ ਕਿ ਤੁਸੀਂ ਉਸ ਦੀ ਆਵਾਜ਼ ਸੁਣੋ। ਉਹਨੇ ਕਿਤੇ ਵੀ ਨਹੀਂ ਕਿਹਾ ਕਿ ਉਹਨੂੰ ਸੁਣਾਓ। ਹਾਲੇਲੂਇਆ। ਔਰ ਜਦ ਵੀ ਪ੍ਰਾਰਥਨਾ ਸੁਣੀ ਗਈ ਹੈ ਬਾਈਬਲ ਦੇ ਵਿੱਚ, ਤੁਸੀਂ ਜਾਣਦੇ ਹੋ ਹੰਨਾ ਜੋ ਸੀ ਉਹ ਆਪਣੇ ਅੰਦਰ ਹੀ ਪ੍ਰਾਰਥਨਾ ਕਰਦੀ ਸੀ। ਉਹਦੇ ਹੰਝੂ ਵਗ ਰਹੇ ਸੀ ਔਰ ਉਹਦਾ ਜੋ ਹੈ ਇੱਦਾਂ ਲੱਗਦਾ ਸੀ ਵੀ ਖਰੇ ਇਹਨੇ ਕੁਛ ਖਾਧਾ ਹੈ। ਔਰ ਉੱਥੇ ਜਿਹੜਾ ਨਬੀ ਸੀ ਉਹ ਆਉਂਦਾ ਕਹਿੰਦਾ ਵੀ
लगता है कि तू कुछ अज खा लिया है, इस करके भी सारे तो चले गए हैं, तैनू तो भी सुध बुद्ध नहीं भी सारे चल गए हैं बंदगी करके, तू कली बैठी है इतने मोहरे गेट दे, तो तू पता नहीं की कुछ खा लिया। वो कहती कि मैं कुछ नहीं खाता, मैं अपना दिल प्रभु के अगे खोलिया है। हालेलुया। प्रभु चाहता है कि तुसी अपना दिल उहदे अगे खोलो। तानू चीका मार के, रौला पा पा के, भंगड़े पा पा के प्रार्थना करने की जरूरत नहीं है। तुसी अपना दिल उसनू उहदे अगे खोलो और उहदी आवाज़ नू सुनो। जद वो तुहानू कहे कि भाई तू अंदर वड़ के की कर रहा, अज जे तू वेला तो किसी दे नाल अपनी गवाही शेयर कर, उसनू जाके दस। जद आपां ये काम करते हैं तो जो मिशना जथेबंदियां ने रौला पाया है, असी उसके खिलाफ खड़े हो जाते हैं। अज दी ईजबल मिशन जथेबंदी ही है। हालेलुया। और अज दा एलिया ओह मैसेज दा प्रचारक है। हालेलुया। क्योंकि साडे कोल वो समय है, साडे कोल प्रभु ने साडे जीवनां दे चो समा लिआंदा है कि जद असी उसकी आवाज़ नू सुन सकते। हालेलुया। साडे लिए उसने एलिया नू भेजा है ताकि एलिया अगे तो अगे होर एलिये जिहड़े है खड़े करे। हालेलुया। और साडे कोल भी अज एलिया दा आत्मा है और साडा फर्ज बनता है कि अज दी जड़ी ईजबल है उसके खिलाफ खड़े होया जावे। हालेलुया। और लोकां नू लुट तो, लोकां नू आत्मिक मौत तो बचाया जा सके। लोकां दा आत्मिक कतल हुंदा है जद किसी नू कहा जाता, समझाया जाता है कि तुसी बपतिस्मा प्रभु यीशु मसीह के नाम दे विच लो, और जदों बंदा लैण लई तैयार हुंदा है और उसका जिहड़ा कोई बंदा हुंदा है उहदा अंदरले पासे उहनूं खत्म कर दिंदा, कहंदा नहीं नहीं तू तो गुमराह हो चलिया। ये आत्मिक मौत है। हालेलुया। और इदां दियां मौतां पता नहीं अज दी ईजबल ने किन्ने हज़ार लोग जिहड़े आ वो कुर्बान कर दिते हैं, तो सानू अज चट्टान दे उत्ते खड़े होना पैना है, उस आवाज़ नू सुनना पैना है जो परमेश्वर की आवाज़ है कि तू इत्थे की कर रहा है। जद सबो कुछ बाहर हो रहा है गलत मलत, तो सानू खड़े होना पैना है उसके खिलाफ। हालेलुया। जे असी नहीं खड़े होवांगे तो फिर कौन खड़ा होगा। तुसी उन्हां तूफानां दे विच परमेश्वर नू नहीं लभ सकदे, उन्हां नेरियां दे विच परमेश्वर नू नहीं लभ सकदे, तुसी उस अग दे विच परमेश्वर नू नहीं लभ सकदे। तुसी अगर परमेश्वर नू लभना तो एक आवाज़ है जिहदे विच परमेश्वर नू तुसी लभ सकदे हो। जिन्ने मर्जी तूफान आ जाण, जिन्नियां मर्जी तूफानां दा मतलब अज की है। मान लो 50,000 1 लाख बंदे दी भीड़ है और उत्थे बड़े बड़े माइक लगे, तुहानू लगना है कि लोगों का हड़ आ गया है, लोगों का तूफान आ गया है, पर परमेश्वर उत्थे नहीं है। भावें आसमान तो लोग प्रार्थना कर करके अग भरा लैण, पर परमेश्वर उत्थे नहीं है। ये वचन दस रहा, मैं नहीं दस रहा। हालेलुया। परमेश्वर अपनी आवाज़ दे विच है, परमेश्वर अपने वचन दे विच पाया जाता है। और वो कहता है कि तुसी इत्थे की कर रहे। हालेलुया। तुहानू ही खड़े होना पैना, तुहानू ही उसने बल देना है। और तुहाड़ियां प्रार्थनावां जिहड़ियां है वो लोकां नू दिखाउण वालियां ना होण। हालेलुया। तुहाडी प्रार्थना जिहड़ी है वो दिल तो होनी चाहिए है। जिहड़ी प्रार्थना दिल तो की जाती है टुटे मन दे नाल, वो प्रार्थना जिहड़ी है जरूर सुनी जाती है। हालेलुया। और अज तुसी उसकी आवाज़ नू सुनिया है और तुसी उन्हां मिशनां जथेबंदियां और झूठियां तलीमां दे खिलाफ खड़े होना है। सारिਆਂ ने ही खड़े होना है, एक बंदा नहीं खड़ा हो सकता। हालेलुया। और तुसी किस तरह खड़े हो सकते हैं, तुसी उन्हां दे कोल जाओ, तुसी उन्हां नूं दसो, और उस तो पहला कि तुहानू आप समझ होवे, तुसी आप उस आवाज़ नूं सुनिया होवे। हालेलुया। और असीं खड़े हो जाते हैं, खड़े होकर असीं प्रार्थनावां करनियां है, प्रार्थनावां दी मंग है। साडे भाजी हैं हजूरा तो, उन्हां दी सेहत खराब है। ये नीतू कौन है? हाँ जी, अच्छा अच्छा। आओ असीं अपने हत्थां नूं उपर चुक के प्रार्थना करते हैं कि जब असीं ये महसूस करते हैं कि प्रभु की आवाज़ असीं सुन रहे हैं, प्रभु साडे विच है, तो प्रभु असीं तेरे अगे प्रार्थना करते हैं कि साडी भैन नीतू जो बीमार है प्रभु तो उसनूं चंगा कर।
ਔਰ ਤੂੰ ਸਾਡੀ ਆਵਾਜ਼ ਨੂੰ ਸੁਣਦਾ ਹੈ ਪ੍ਰਭੂ। ਅਸੀਂ ਟੁੱਟੇ ਹੋਏ ਮਨ ਦੇ ਨਾਲ ਇਹ ਪ੍ਰਾਰਥਨਾਵਾਂ ਕਰਦੇ ਹਾਂ ਪਿਤਾ। ਜਦ ਕਿ ਸਾਡਾ ਭਾਈ ਬਲਦੇਵ ਜੋ ਕਾਫੀ ਦਿਨਾਂ ਤੋਂ ਬਿਮਾਰ ਹੈ, ਉਸਦੇ ਪੇਟ ਦੇ ਵਿੱਚ ਨੁਕਸ ਹੈ। ਤੂੰ ਡਾਕਟਰਾਂ ਦਾ ਡਾਕਟਰ ਹੈ ਪ੍ਰਭੂ, ਤੂੰ ਵੈਦਾਂ ਦਾ ਵੈਦ ਹੈ। ਤੂੰ ਨੇ ਸ਼ਰੀਰਾਂ ਨੂੰ ਬਣਾਇਆ ਹੈ। ਤੂੰ ਚੰਗੀ ਤਰ੍ਹਾਂ ਜਾਣਦਾ ਹੈ ਕਿ ਕਿਤੇ ਕੀ ਨੁਕਸ ਪੈ ਸਕਦਾ ਹੈ ਪ੍ਰਭੂ। ਔਰ ਪ੍ਰਭੂ ਤੇਰਾ ਨਾਮ ਜਲਾਲ ਪਾਏ ਔਰ ਤੂੰ ਉਹਨਾਂ ਨੂੰ ਉਠਾ ਖੜੇ ਕਰ ਦੇ। ਔਰ ਵਿਸ਼ਵਾਸ ਦੇ ਨਾਲ ਮੰਗ ਕੀਤੀ ਗਈ ਹੈ। ਔਰ ਪ੍ਰਭੂ ਅਸੀਂ ਜਾਣਦੇ ਹਾਂ ਕਿ ਧਰਮੀ ਜਨਾਂ ਦੀਆਂ ਪ੍ਰਾਰਥਨਾ ਦੇ ਵਿੱਚ ਬੜਾ ਦਮ ਹੁੰਦਾ ਹੈ ਪਿਤਾ। ਔਰ ਪ੍ਰਭੂ ਤੂੰ ਸਾਡੀਆਂ ਪ੍ਰਾਰਥਨਾਵਾਂ ਨੂੰ ਸੁਣਦਾ ਹੈ ਪਿਤਾ। ਔਰ ਵੀ ਸਾਡੇ ਵਿੱਚ ਪ੍ਰਭੂ ਜੀ ਅਗਰ ਕੋਈ ਲਾਚਾਰ ਹੈ, ਕੋਈ ਬਿਮਾਰ ਹੈ, ਕੋਈ ਕਿਸੇ ਟੈਨਸ਼ਨ ਵਿੱਚ ਹੈ, ਕਿਸੇ ਕਰਜ਼ੇ ਥੱਲੇ ਹੈ, ਕਿਸੇ ਬਿਮਾਰੀ ਥੱਲੇ ਹੈ, ਔਰ ਪ੍ਰਭੂ ਅਸੀਂ ਦੁਆ ਕਰਦੇ ਹਾਂ ਕਿ ਅੱਜ ਤੇਰਾ ਪਵਿੱਤਰ ਆਤਮਾ ਆਵੇ, ਉਸ ਨੂੰ ਛੂਹੇ ਪਿਤਾ ਔਰ ਉਹ ਚੰਗਾ ਹੋ ਜਾਵੇ ਪ੍ਰਭੂ। ਔਰ ਪਿਤਾ ਤੂੰ ਕਿਰਪਾ ਕਰ, ਸੰਭਾਲ ਕੇ ਰੱਖ ਪ੍ਰਭੂ। ਤੂੰ ਆਪਣਾ ਵਚਨ ਭੇਜਿਆ ਹੈ ਪ੍ਰਭੂ, ਅਸੀਂ ਤੇਰੀ ਆਵਾਜ਼ ਨੂੰ ਸੁਣਿਆ ਹੈ ਪ੍ਰਭੂ। ਅੱਜ ਅਸੀਂ ਫੈਸਲਾ ਕੀਤਾ ਕਿ ਅਸੀਂ ਖੜੇ ਹੋਵਾਂਗੇ, ਅਸੀਂ ਤੇਰੇ ਵਚਨ ਨੂੰ ਲੈ ਕੇ ਘਰ ਘਰ ਜਾਵਾਂਗੇ ਪ੍ਰਭੂ। ਅਸੀਂ ਤੇਰੇ ਲਈ ਖੜੇ ਹੋਵਾਂਗੇ ਪ੍ਰਭੂ। ਤੂੰ ਸਾਡੇ ਉੱਤੇ ਕਿਰਪਾ ਕਰ ਪ੍ਰਭੂ। ਔਰ ਪਿਤਾ ਤੂੰ ਦਇਆ ਕੀਤੀ ਹੈ, ਇਹ ਤੇਰੀ ਦਇਆ ਹੀ ਹੈ ਪਿਤਾ। ਅਸੀਂ ਕਿਸੇ ਯੋਗ ਨਹੀਂ ਹਾਂ ਪਿਤਾ, ਅਸੀਂ ਮਿੱਟੀ ਹਾਂ, ਅਸੀਂ ਨਿਕੰਮੇ ਲੋਕ ਹਾਂ ਪਿਤਾ, ਪਰ ਤੂੰ ਸਾਨੂੰ ਖੜੇ ਕੀਤਾ ਹੈ ਪ੍ਰਭੂ। ਤੂੰ ਸਾਡੇ ਨਾਲ ਵਧੀਆ ਤਰੀਕੇ ਨਾਲ ਵਰਤਿਆ ਹੈ ਪਿਤਾ। ਤੂੰ ਸਾਨੂੰ ਮੰਜੀ ਦੇ ਉੱਤੇ ਨਹੀਂ ਛੱਡਿਆ ਪਿਤਾ, ਤੂੰ ਉਠਾ ਕੇ ਖੜੇ ਕੀਤਾ ਹੈ ਪ੍ਰਭੂ। ਤੂੰ ਸਾਨੂੰ ਕਰਜ਼ਾਈ ਨਹੀਂ ਛੱਡਿਆ, ਤੂੰ ਆਪਣਾ ਵਚਨ ਭੇਜ ਕੇ ਸਾਨੂੰ ਬਲ ਦਿੱਤਾ ਹੈ ਪ੍ਰਭੂ। ਔਰ ਪਿਤਾ ਮੈਂ ਦੁਆ ਕਰਦਾ ਕਿ ਆਪਣਾ ਵਚਨ ਭੇਜ ਔਰ ਸਾਡੀ ਭੈਣ ਜੋ ਨੀਤੂ ਹੈ ਉਸ ਨੂੰ ਵੀ ਉਠਾ ਕੇ ਖੜੀ ਕਰ ਪਿਤਾ। ਔਰ ਭਾਈ ਬਲਦੇਵ ਲਈ ਪ੍ਰਾਰਥਨਾ ਕਰਦੇ ਹਾਂ ਪਿਤਾ, ਤੇਰੀ ਗਵਾਹੀ ਦੇਵੇ ਪਿਤਾ, ਉੱਠ ਕੇ ਖੜੇ ਹੋਣ ਪਿਤਾ। ਤੂੰ ਕਿਰਪਾ ਕਰ, ਸੰਭਾਲ ਕੇ ਰੱਖ। ਅਸੀਂ ਵਿਸ਼ਵਾਸ ਕਰਦੇ ਹਾਂ ਕਿ ਜੋ ਅਸੀਂ ਤੇਰੇ ਤੋਂ ਮੰਗਿਆ ਹੈ ਉਹ ਅਸੀਂ ਪਾ ਲਿਆ ਹੈ ਪਿਤਾ। ਇਹ ਦੁਆ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਮੰਗਦੇ। ਅਸੀਂ ਸਾਰਿਆਂ ਨੇ ਪ੍ਰਭੂ ਵਾਲੀ ਪ੍ਰਾਰਥਨਾ ਕਰ ਰਹੇ ਹਾਂ। हे ਸਾਡੇ ਪਿਤਾ, ਤੂੰ ਜੋ ਸਵਰਗ ਵਿੱਚ ਹੈ, ਤੇਰਾ ਨਾਮ ਪਵਿੱਤਰ ਮੰਨਿਆ ਜਾਏ, ਤੇਰੀ ਬਾਦਸ਼ਾਹਤ ਆਏ, ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ 'ਤੇ ਪੂਰੀ ਹੁੰਦੀ ਹੈ ਜ਼ਮੀਨ 'ਤੇ ਵੀ ਪੂਰੀ ਹੋਵੇ। ਔਰ ਸਾਡੀ ਰੋਜ਼ ਦੀ ਰੋਟੀ ਅੱਜ ਸਾਨੂੰ ਦੇ, ਸਾਨੂੰ ਅਜਮਾਇਸ਼ ਵਿੱਚ ਨਾ ਪੈਣ ਦੇ, ਔਰ ਬਲਕਿ ਬੁਰਾਈ ਤੋਂ ਬਚਾ। ਔਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਕਸੂਰ ਮਾफ़ ਕਰਦੇ ਹਾਂ, तो साढ़े कसूर सानू माफ़ कर, क्योंकि बादशाहत कुदरत जलाल हमेशा हमेशा रहते।